मैं परसनैलिटी डिवेलपमेंट ਨੂੰ ਜ਼ਿੰਦਗੀ ਦਾ ਸ਼ਾਹਸਵਾਰ ਸ਼ਬਦ ਵਰਤਦਾ ਕਿ ਤੁਸੀਂ ਜ਼ਿੰਦਗੀ ਦੇ ਸ਼ਾਹਸਵਾਰ ਬਣਨਾ ਹੈ। ਤੇ ਜ਼ਿੰਦਗੀ ਦਾ ਸ਼ਾਹਸਵਾਰ ਹੁੰਦਾ ਕੌਣ ਹੈ? ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਵੱਲੋਂ ਔਰ ਡਿਪਾਰਟਮੈਂਟ ਆਫ ਯੂਥ ਵੈਲਫੇਅਰ ਵੱਲੋਂ ਇਹ ਜਿਹੜਾ ਕੈਂਪ ਜਾਂ ਵਰਕਸ਼ਾਪ ਜੋ ਅਸੀਂ ਲਾਇਆ ਇਸ ਵਾਰੇ ਆਨਲਾਈਨ ਜਾਂ ਅਸੀਂ ਯੂਥ ਟ੍ਰੇਨਿੰਗ ਕੈਂਪ ਲਾਉਣੇ ਆ, ਇਹ ਤੁਹਾਡੀ ਪਰਸਨੈਲਿਟੀ ਨੂੰ ਡਿਵੈਲਪ ਕਰਨ ਵਾਸਤੇ ਲਾਉਣੇ ਆ। ਜਦੋਂ ਕੋਈ ਤੁਹਾਨੂੰ ਪੁੱਛੇ ਕਿ ਕਿਸੇ ਦੀ ਪਰਸਨੈਲਿਟੀ ਡਿਵੈਲਪ ਹੋ ਗਈ ਜਾਂ ਨਹੀਂ ਹੋਈ, ਇਹਦੇ ਕੀ ਮਾਪਦੰਡ ਹੈ ਜਾਂ ਤੁਹਾਨੂੰ ਕੀ ਪਤਾ ਲੱਗਦਾ ਕਿ ਇਹਦੇ ਬੰਦੇ ਦੀ ਪਰਸਨੈਲਿਟੀ ਡਿਵੈਲਪ ਹੈ ਜਾਂ ਨਹੀਂ ਡਿਵੈਲਪ, ਇਹਦੇ ਕੋਈ ਇਸ ਤਰ੍ਹਾਂ ਦੇ ਮਾਪਦੰਡ ਨਹੀਂ ਜਿਨ੍ਹਾਂ ਨੂੰ ਤੁਸੀਂ ਕਿਤੇ ਬਹੁਤ ਜ਼ਿਆਦਾ ਤੋਲ ਲਓ, ਮਿਣ ਲਓ। ਇਸ ਤਰ੍ਹਾਂ ਨਹੀਂ, ਇਹ ਤੁਹਾਨੂੰ ਓਵਰਆਲ ਤੁਹਾਡੀ ਸ਼ਖਸੀਅਤ ਨੂੰ ਜਦੋਂ ਕੋਈ ਬੰਦਾ ਦੇਖਦਾ, ਉੱਥੋਂ ਤੁਹਾਡੇ ਕਿਸ ਤਰ੍ਹਾਂ ਦਾ ਉਹਦੇ ਨਾਲ ਵਿਹਾਰ ਹੈ, ਤੁਹਾਡਾ ਲੋਕਾਂ ਨਾਲ ਕਿਸ ਤਰ੍ਹਾਂ ਵਿਹਾਰ ਹੈ, ਉਦੋਂ ਪਤਾ ਲੱਗਦਾ ਕਿ ਜ਼ਿੰਦਗੀ ਦਾ ਸ਼ਾਹਸਵਾਰ ਕੌਣ ਹੈ। ਮੈਂ ਪਰਸਨੈਲਿਟੀ ਡਿਵੈਲਪਮੈਂਟ ਨੂੰ ਜ਼ਿੰਦਗੀ ਦਾ ਸ਼ਾਹਸਵਾਰ ਸ਼ਬਦ ਵਰਤਦਾ ਕਿ ਤੁਸੀਂ ਜ਼ਿੰਦਗੀ ਦੇ ਸ਼ਾਹਸਵਾਰ ਬਣਨਾ ਹੈ। ਤੇ ਜ਼ਿੰਦਗੀ ਦਾ ਸ਼ਾਹਸਵਾਰ ਹੁੰਦਾ ਕੌਣ ਹੈ? ਪੈਸਾ ਤੁਹਾਡੀ ਜੇਬ 'ਚ ਕਿੰਨਾ ਹੈ, ਪ੍ਰੋਪਰਟੀ ਤੁਹਾਡੇ ਨਾਂ 'ਤੇ ਕਿੰਨੀ ਆ, ਤੁਹਾਡੇ ਕੋਲ ਕਿੰਨਾ ਵਧੀਆ ਘਰ ਹੈ, ਤੁਹਾਡੇ ਕੋਲ ਕਿੰਨੀ ਵਧੀਆ ਗੱਡੀ ਆ, ਤੁਹਾਡੇ ਕਿੰਨੇ ਵਧੀਆ ਕੱਪੜੇ ਪਾਏ ਆ, ਕਿੰਨੇ ਸੋਹਣੇ ਤੁਸੀਂ ਲੱਗਦੇ ਆ, ਇਹਦਾ ਜ਼ਿੰਦਗੀ ਦੀ ਸ਼ਾਹਸਵਾਰੀ ਨਾਲ ਕੋਈ ਸੰਬੰਧ ਨਹੀਂ। ਸੰਬੰਧ ਤੁਹਾਡੇ ਅੰਦਰਲੇ ਨਾਲ ਹੈ। ਔਰ ਤੁਸੀਂ ਸਾਰੇ ਕਰਮਾਂ ਵਾਲੇ ਆ ਕਿ ਤੁਹਾਨੂੰ ਵਿਰਾਸਤ ਦੇ ਵਿੱਚ ਜਾਂ ਤੁਹਾਡੇ ਵਿਰਸੇ ਦੇ ਵਿੱਚ ਜਾਂ ਸਾਡੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੀਆਂ ਉਦਾਹਰਨਾਂ ਪਈਆਂ ਜਿਨ੍ਹਾਂ ਨੂੰ ਤੁਸੀਂ ਜ਼ਿੰਦਗੀ ਦੇ ਸ਼ਾਹਸਵਾਰ ਕਹਿ ਸਕਦੇ ਆ ਤੇ ਉਹਨਾਂ ਤੋਂ ਪ੍ਰੇਰਨਾ ਲੈ ਸਕਦੇ ਆ। ਬੰਦੇ ਦੇ ਕੋਲੇ ਰਾਜ ਭਾਗ ਹੋਵੇ, ਦੁਨੀਆ ਤੇ ਬੰਦਾ ਰਾਜ ਕਰਦਾ ਹੋਵੇ ਤੇ ਉਹਦੇ ਚਿਹਰੇ ਤੇ ਹੰਕਾਰ ਨਾ ਹੋਵੇ, ਤੇ ਫਿਰ ਉਸੇ ਬੰਦੇ ਨੂੰ ਕਦੇ ਫਕੀਰ ਬਣਨਾ ਪੈ ਜੇ, ਸਾਰਾ ਕੁਝ ਲੁੱਟਿਆ ਪੁੱਟਿਆ ਜਾਵੇ ਤੇ ਬੰਦਾ ਰੋਡ ਤੇ ਆ ਜੇ, ਫਿਰ ਉਹਦੇ ਚਿਹਰੇ ਤੇ ਕੋਈ ਉਦਾਸੀ ਨਾ ਹੋਵੇ, ਉਹਦਾ ਫਿਕਰ ਨਾ ਹੋਵੇ, ਉਹ ਜ਼ਿੰਦਗੀ ਦੀ ਸ਼ਾਹਸਵਾਰੀ ਆ। ਤੁਸੀਂ ਰਾਮਾਇਣ ਦੇਖਦੇ ਆ, ਰਾਮਾਇਣ ਦੇ ਵਿੱਚ ਰਾਮ ਜੀ ਸੀ ਜਿਹੜੇ, ਉਹ ਰਾਜ ਘਰਾਣੇ ਦੇ ਇੱਕ ਬਹੁਤ ਹੀ ਅੱਛੇ ਪਰਿਵਾਰ ਨਾਲ ਸੰਬੰਧ ਰੱਖਦੇ ਸੀ, ਪਰ ਉਹਨਾਂ ਦੇ ਚਿਹਰੇ ਤੇ ਕਦੇ ਇਸ ਤਰ੍ਹਾਂ ਦਾ ਹੰਕਾਰ, ਇਸ ਤਰ੍ਹਾਂ ਦਾ ਸਵੈਮਾਨ ਨਹੀਂ ਦੇਖਿਆ ਹੋਣਾ ਤੁਸੀਂ। ਤੇ ਜਦੋਂ ਉਹ ਬਨਵਾਸ ਨੂੰ ਉਹਨਾਂ ਨੂੰ ਤੋਰਿਆ ਗਿਆ 14 ਸਾਲ ਦੇ ਬਨਵਾਸ ਵਾਸਤੇ, ਤਾਂ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਦੇ ਚਿਹਰੇ ਤੇ ਕੋਈ ਸ਼ਿਕਵਾ ਨਹੀਂ ਸੀ, ਕੋਈ ਉਹਨਾਂ ਦੇ ਚਿਹਰੇ ਦੇ ਉੱਪਰ ਇਸ ਤਰ੍ਹਾਂ ਦੀ ਉਦਾਸੀ ਨਹੀਂ ਸੀ ਕਿ ਮੈਂ ਕਿੱਥੇ ਜਾ ਰਿਹਾ। ਉਹਨਾਂ ਦਾ ਚਿਹਰਾ ਉਦੋਂ ਵੀ ਉਹੋ ਜਿਹਾ ਸੀ ਜਦੋਂ ਉਹ ਰਾਜ ਭਾਗ ਦੇ ਮਾਲਕ ਸੀ, ਤੇ ਉਦੋਂ ਵੀ ਉਹੋ ਜਿਹਾ ਸੀ ਜਦੋਂ ਉਹ ਬਨਵਾਸ ਤੇ ਗਏ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਵੀ ਉਦਾਹਰਨ ਇਸੇ ਤਰ੍ਹਾਂ ਹੀ ਆ। ਉਹਨਾਂ ਨੇ ਆਪਣੇ 4 ਪੁੱਤਰ ਜਦੋਂ ਵਾਰੇ, ਕੌਮ ਤੋਂ ਵਾਰੇ, ਮਨੁੱਖਤਾ ਲਈ ਵਾਰੇ, ਤਾਂ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ, ਜੇ ਮੇਰੇ 4 ਪੁੱਤਰ ਸ਼ਹੀਦ ਹੋ ਗਏ ਤਾਂ ਕੀ ਹੋਇਆ, ਲੱਖਾਂ ਹਜ਼ਾਰਾਂ ਮੇਰੇ ਪੁੱਤਰ ਜਿਉਂਦੇ ਆ। ਉਹਨਾਂ ਦੇ ਚਿਹਰੇ ਤੇ ਕੋਈ ਸ਼ਿਕਵਾ ਨਹੀਂ ਸੀ, ਕੋਈ ਉਦਾਸੀ ਨਹੀਂ ਸੀ। ਜ਼ਿੰਦਗੀ ਦੀ ਸ਼ਾਹਸਵਾਰੀ ਹੈ ਜਿਹੜੀ, ਉਹ ਇਸ ਤਰ੍ਹਾਂ। ਸੋ ਲੇਕਿਨ ਤੁਸੀਂ ਇਸ ਸਟੇਜ ਤੱਕ ਪਹੁੰਚਣਾ ਕਿਵੇਂ? ਤੁਹਾਡੀ ਹੋਣ ਵਾਲੀ ਸਟੇਜ ਤੋਂ ਲੈ ਕੇ ਇਹ ਜ਼ਿੰਦਗੀ ਦੀ ਸ਼ਾਹਸਵਾਰੀ ਤੱਕ ਪਹੁੰਚਣ ਲਈ ਤੁਹਾਨੂੰ ਬਹੁਤ ਸਾਰੇ ਉਪਰਾਲੇ ਕਰਨੇ ਪੈਣੇ ਆ, ਬਹੁਤ ਯਤਨ ਕਰਨੇ ਪੈਣੇ ਆ। ਉਹ ਯਤਨ ਕੀ ਕਰਨੇ ਪੈਣੇ ਆ? ਤੁਹਾਨੂੰ ਪਿਛਲੇ 7 ਦਿਨਾਂ ਦੇ ਵਿੱਚ ਵੱਖ-ਵੱਖ ਮਾਹਰਾਂ ਨੇ ਜਿਹੜੇ ਆਪਣੇ ਆਪਣੇ ਖੇਤਰ ਦੇ ਸ਼ਾਹਸਵਾਰ ਆ, ਉਹਨਾਂ ਨੇ ਤੁਹਾਨੂੰ ਦੱਸਿਆ। ਮੈਂ ਵੀ ਤੁਹਾਡੇ ਨਾਲ 1-2 ਨੁਕਤੇ ਜ਼ਰੂਰ ਸਾਂਝੇ ਕਰੂੰਗਾ ਇਸ ਮੌਕੇ ਦੇ ਉੱਪਰ। ਕਿ ਪਹਿਲੀ ਗੱਲ ਤਾਂ ਇਹ ਆ ਕਿ ਆਪਣੇ ਮਨ ਦੇ ਵਿੱਚ, ਆਪਣੇ ਦਿਲ ਦੇ ਵਿੱਚ ਕੋਈ ਗੱਲ ਨੂੰ ਲੁਕੋ ਕੇ ਨਾ ਰੱਖੋ। ਤੁਹਾਡੀ ਪਰਸਨੈਲਿਟੀ ਡਿਵੈਲਪਮੈਂਟ ਦਾ ਸਭ ਤੋਂ ਵੱਡਾ ਪਹਿਲਾ ਸਟੈਪ ਇਹ ਆ ਕਿ ਦੂਜਿਆਂ ਦੀ ਗੱਲ ਸੁਣਨ ਲੱਗ ਜਾਓ ਤੇ ਆਪਦੀ ਗੱਲ ਕਹਿਣ ਲੱਗ ਜਾਓ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਜਬ ਲਗ ਦੁਨੀਆ ਰਹੀਏ ਨਾਨਕ, ਕਿਸ ਸੁਣੀਏ ਕਿਸ ਕਹੀਏ। ਦੁਨੀਆ ਦੇ ਉੱਪਰ ਜਿੰਨਾ ਚਿਰ ਵਿਚਰਨਾ, ਉਹਨਾਂ ਚਿਰ ਆਪਣੇ ਮਨ ਦੀ ਗੱਲ ਵੀ ਕਰਨੀ ਆ ਤੇ ਦੂਜਿਆਂ ਦੀ ਸੁਣਨੀ ਆ, ਪਹਿਲਾਂ ਸੁਣਨੀ ਆ। ਤੁਹਾਡੀ ਪ੍ਰੋਬਲਮ ਜਿਹੜੀ ਇਹ ਆ, ਕਿਉਂਕਿ ਮੈਂ ਜ਼ਿਆਦਾ ਯੂਥ ਨੂੰ ਹੀ ਡੀਲ ਕਰਦਾ, ਬਹੁਤ ਸਾਰੇ ਸਟੂਡੈਂਟਸ ਨਾਲ ਮੇਰਾ ਦੋਸਤੀ ਵਾਲਾ ਰਿਸ਼ਤਾ। ਤੁਸੀਂ ਆਪਣੇ ਦਿਲ ਦੀ ਗੱਲ ਆਪਣੇ ਮਾਂ-ਬਾਪ ਕੋਲੇ ਕਰਦੇ ਨਹੀਂ ਤੇ ਚਾਹੁੰਦੇ ਤੁਸੀਂ ਇਹ ਹੈ ਕਿ ਸਾਡੀ ਜਿਹੜੀ ਅੰਦਰਲੀ ਸਮੱਸਿਆ ਉਹ ਹੱਲ ਹੋ ਜੀ। ਸਮੱਸਿਆ ਤਾਂ ਹੱਲ ਤਾਂ ਹੋਊਗੀ ਜੇ ਤੁਸੀਂ ਉਹ ਸਮੱਸਿਆ ਦੱਸੋਗੇ। ਦੱਸਣ ਲੱਗੇ ਤੁਸੀਂ ਘਬਰਾਉਣੇ ਆ, ਫਿਰ ਤੁਸੀਂ ਮਾਂ-ਬਾਪ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਤੁਹਾਨੂੰ ਲੱਗਦਾ ਕਿ ਇਹ ਜਨਰੇਸ਼ਨ ਗੈਪ ਆ, ਪਤਾ ਨਹੀਂ ਸਾਨੂੰ ਕੀ ਕਹਿ ਦੇਣਗੇ। ਉਹ ਜਿਹੜੀ ਮਨ ਦੀ ਗੱਲ ਬਾਹਰ ਨਾ ਕਰਨਾ, ਉਹ ਤੁਹਾਡੇ ਅੰਦਰ ਇੱਕ ਗੰਢ ਬਣਾ ਦਿੰਦੀ ਆ। ਉਹ ਗੰਢ ਜਿਹੜੀ ਆ ਉਹ ਹੌਲੀ ਹੌਲੀ ਮਤਲਬ ਇੰਨੀ ਜ਼ਿਆਦਾ ਗੋਲ ਗੰਢ ਬਣ ਜਾਂਦੀ ਆ ਕਿ ਤੁਹਾਡੇ ਸੁਭਾਅ ਨੂੰ ਵੀ ਬਦਲ ਦਿੰਦੀ ਆ, ਤੁਹਾਡੇ ਦੂਸਰਿਆਂ ਦੇ ਨਾਲ ਵਰਤਾਅ ਨੂੰ ਵੀ ਬਦਲ ਦਿੰਦੀ ਆ। ਇਸ ਕਰਕੇ ਇਹ ਜ਼ਰੂਰ ਗੱਲ ਅਪਣਾ ਲਓ ਕਿ ਤੁਸੀਂ ਆਪਣੇ ਮਾਂ-ਬਾਪ ਨਾਲ ਜ਼ਰੂਰ ਗੱਲ ਕਰੋ। ਔਰ ਜ਼ਿੰਦਗੀ ਦੇ ਵਿੱਚ ਮਾਂ-ਬਾਪ ਤੋਂ ਨੇੜਲਾ ਦੋਸਤ ਕੋਈ ਨਹੀਂ। ਇਸ ਗੱਲ ਦਾ ਵੀ ਖਿਆਲ ਰੱਖਿਓ ਕਿ ਤੁਹਾਡਾ ਸਭ ਤੋਂ ਨੇੜਲਾ ਦੋਸਤ ਹੈ ਜਿਹੜਾ, ਉਹ ਤੁਹਾਡੇ ਮਾਂ-ਬਾਪ ਹੈ। ਕੋਈ ਮਾਂ-ਬਾਪ ਨਹੀਂ ਚਾਹੁੰਦਾ ਕਿ ਸਾਡੇ ਬੱਚੇ ਨੂੰ ਆਹ ਸਮੱਸਿਆ ਆਵੇ। ਉਹ ਤੁਹਾਡੀ ਗੱਲ ਨੂੰ ਸੁਣਨਗੇ। ਹੋ ਸਕਦਾ ਉਹ ਥੋੜ੍ਹਾ ਬਹੁਤਾ ਜੇ ਤੁਸੀਂ ਕੋਈ ਇਹੋ ਜਿਹੀ ਸਮੱਸਿਆ ਉਹਨਾਂ ਨੂੰ ਦੱਸੋ ਜਾਂ ਇਹੋ ਜਿਹੀ ਗੱਲ ਕਰੋ, ਗੁੱਸਾ ਕਰਨ, ਪਰ ਗੁੱਸੇ ਤੋਂ ਬਾਅਦ ਫਿਰ ਉਹ ਰਿਵਿਊ ਕਰਦੇ ਆ, ਫਿਰ ਤੁਹਾਡੇ ਨਾਲ ਗੱਲ ਕਰਦੇ ਆ, ਤੁਹਾਡੀ ਭਲਾਈ ਲਈ ਕਰਦੇ ਆ।
ਇਸ ਕਰਕੇ ਆਪਣੇ ਮਾਂ-ਬਾਪ ਨੂੰ ਆਪਣੀ ਦਿਲ ਦੀ ਗੱਲ ਜ਼ਰੂਰ ਦੱਸੋ ਤੇ ਦੂਜਿਆਂ ਦੀ ਗੱਲ ਸੁਣੋ। ਆਪਣੇ ਦੋਸਤਾਂ ਨੂੰ ਗੱਲ ਦੱਸੋ, ਆਪਣੇ ਟੀਚਰਾਂ ਨੂੰ ਗੱਲ ਦੱਸੋ। ਜਿਹੜੇ ਵਿਦਿਆਰਥੀ ਆਪਣੇ ਟੀਚਰਾਂ ਦੇ ਨਾਲ, ਆਪਣੇ ਅਧਿਆਪਕਾਂ ਦੇ ਨਾਲ ਦੋਸਤਾਨਾ ਸੰਬੰਧ ਰੱਖਦੇ ਆ, ਉਹ ਜ਼ਿੰਦਗੀ 'ਚ ਬਹੁਤ ਕੁਝ ਕੱਢਦੇ ਆ। ਸਿਲੇਬਸ ਦੀਆਂ ਕਿਤਾਬਾਂ ਤਾਂ ਤੁਸੀਂ ਪੜ੍ਹਨੀਆਂ, ਤੁਹਾਨੂੰ ਜ਼ਿੰਦਗੀ ਦੇ ਰਾਹ ਤੋਰਦੀਆਂ, ਤੁਹਾਡੀ ਲਾਈਫ ਦਾ ਆਧਾਰ ਬਣਾਉਂਦੀਆਂ, ਲੇਕਿਨ ਆਪਣੇ ਟੀਚਰਾਂ ਦੇ ਨਾਲ ਖਾਸ ਤੌਰ ਤੇ ਤੁਹਾਡੇ ਸਾਹਮਣੇ ਦੇਖੋ 5-7 ਟੀਚਰ ਜਿਹੜੇ ਹੁਣ ਤੁਹਾਡੇ ਰੂਬਰੂ ਹੋਏ ਆ, ਔਰ ਇਹਨਾਂ ਨਾਲ ਜਦੋਂ ਤੁਸੀਂ ਦਿਲ ਦੀਆਂ ਗੱਲਾਂ ਕਰੋਗੇ ਤੁਹਾਨੂੰ ਬਹੁਤ ਸਾਰੇ ਜ਼ਿੰਦਗੀ ਦੇ ਰਾਹ ਮਿਲਣਗੇ। ਦੂਜੀ ਗੱਲ ਹੈ ਕਿ ਜ਼ਿੰਦਗੀ 'ਚ ਕਦੇ ਕਿਸੇ ਮੁਸ਼ਕਲ ਤੋਂ, ਕਦੇ ਕਿਸੇ ਮੁਸੀਬਤ ਤੋਂ, ਕਦੇ ਕਿਸੇ ਠੋਕਰ ਤੋਂ ਘਬਰਾਉਣਾ ਨਹੀਂ, ਉਹਦਾ ਹੱਲ ਕਰਨਾ ਪੈਣਾ। ਮੰਨ ਲਓ ਤੁਸੀਂ ਰਾਹ ਦੇ ਵਿੱਚ ਤੁਰੇ ਜਾਂਦੇ ਆ, ਉੱਥੇ ਕੋਈ ਇੱਟ ਪਈ ਆ ਰਸਤੇ ਦੇ ਵਿੱਚ, ਤੇ ਇਹ ਤਾਂ ਪ੍ਰੈਕਟੀਕਲ ਹੈ ਨਾ ਕਿ ਜੇ ਉਸ ਇੱਟ ਨੂੰ ਚੱਕ ਕੇ ਪਾਸੇ ਕਰਾਂਗੇ ਤਾਂ ਹੀ ਪਾਸੇ ਹੋਊਗੀ। ਜੇ ਤੁਸੀਂ ਉਸ ਇੱਟ ਨੂੰ ਦੇਖ ਕੇ ਰੋਈ ਜਾਵੋ ਵੀ ਮੇਰਾ ਰਾਹ ਰੋਕ ਲਿਆ ਇੱਟ ਨੇ, ਮੈਨੂੰ ਠੋਕਰ ਵੱਜੂਗੀ, ਕੀ ਕਰਾਂ ਹੁਣ, ਮੈਂ ਕੀ ਕਰਾਂ, ਉਹਦਾ ਕੋਈ ਹੱਲ ਨਹੀਂ ਹੋਣਾ। ਜੇ ਉਸ ਇੱਟ ਨੂੰ ਤੁਸੀਂ ਚੱਕ ਕੇ ਪਾਸੇ ਕਰੋਗੇ, ਆਪਣੇ ਆਪ ਹੋ ਜੂਗੀ। ਸੋ ਜ਼ਿੰਦਗੀ ਜਿੱਥੋਂ ਤੁਹਾਡੀ ਸ਼ੁਰੂ ਹੋ ਰਹੀ ਆ, ਇੱਥੋਂ ਬਹੁਤ ਸਾਰੀਆਂ ਔਕੜਾਂ, ਬਹੁਤ ਸਾਰੀਆਂ ਮੁਸ਼ਕਲਾਂ, ਬਹੁਤ ਸਾਰੀਆਂ ਤਕਲੀਫਾਂ ਵਿੱਚ ਦੀ ਤੁਸੀਂ ਲੰਘਣਾ। ਜਿਹੜਾ ਬੰਦਾ ਤਕਲੀਫਾਂ ਵਿੱਚ ਦੀ ਨਹੀਂ ਲੰਘਦਾ, ਉਹਨੂੰ ਜ਼ਿੰਦਗੀ ਦੇ ਸੁੱਖ ਸਵਾਦ ਦਾ ਪਤਾ ਨਹੀਂ ਲੱਗਦਾ। ਮੈਂ ਫੇਸਬੁੱਕ ਤੇ ਕੱਲ ਮੈਨੂੰ ਇੱਕ ਵਿਦਿਆਰਥੀ ਨੇ, ਤੁਹਾਡੇ ਵਿੱਚੋਂ ਹੀ ਸ਼ਾਇਦ ਹੋਵੇ ਜਾਂ ਮੇਰੇ ਦੂਸਰੇ ਦਾਇਰੇ ਦੇ ਵਿੱਚੋਂ ਉਹ ਸਟੂਡੈਂਟ ਹੋਵੇ, ਉਹਨੇ ਮੈਨੂੰ ਇੱਕ ਉਹਦੇ ਤੇ WhatsApp ਤੇ ਇੱਕ ਕਿਸੇ ਸ਼ਾਇਰ ਦੀਆਂ ਲਿਖੀਆਂ ਲਾਈਨਾਂ ਭੇਜੀਆਂ ਕਿ ਉਹ ਲਿਖਿਆ ਸੀ ਕਿ ਜ਼ਿੰਦਗੀ 'ਚ ਔਖੇ ਔਖੇ ਮੋੜ ਆਉਣਗੇ, ਰਾਹਾਂ ਵਿੱਚ ਪੈਰਾਂ ਥੱਲੇ ਰੋੜ ਆਉਣਗੇ। ਬਈ ਇਹ ਜਿਹੜੀ ਜ਼ਿੰਦਗੀ ਆ, ਇਹਦੇ 'ਚ ਮੁਸ਼ਕਲਾਂ ਆਉਣਗੀਆਂ, ਰਾਹਾਂ ਥੱਲੇ ਰੋੜ ਜਿਹੜੇ ਆਉਣੇ, ਰਾਹਾਂ 'ਚ ਪੈਰਾਂ ਥੱਲੇ ਜਿਹੜੇ ਰੋੜ ਆਉਣੇ, ਉਹਦਾ ਮਤਲਬ ਹੈ ਕਿ ਤੁਹਾਡੇ ਅੰਦਰੋਂ ਵੀ ਕਈ ਵਾਰੀ ਆਵਾਜ਼ ਉੱਠਦੀ ਆ ਵੀ ਨਹੀਂ ਤੂੰ ਇਹ ਤਾਂ ਕੰਮ ਕਰ ਨਹੀਂ ਸਕਦਾ ਯਾਰ, ਬਹੁਤ ਔਖਾ ਹੈ। ਤੇ ਤੁਹਾਡੇ ਕਈ ਵਾਰੀ ਆਲੇ ਦੁਆਲੇ ਵਾਲੇ ਵੀ ਰੋੜ ਬਣ ਜਾਂਦੇ ਆ ਵੀ ਨਹੀਂ ਤੂੰ ਕਿੱਥੇ ਪੰਗਾ ਲੈ ਲਿਆ, ਤੂੰ ਨਹੀਂ ਕਰ ਸਕਦਾ, ਤੂੰ IAS ਕਿੱਥੋਂ ਕਰ ਦੇਗਾ, ਤੂੰ PCS ਕਿੱਥੋਂ ਕਰ ਦੇਗਾ, ਤੂੰ ਪ੍ਰਿੰਸੀਪਲ ਕਿਵੇਂ ਬਣ ਜਾਏਗਾ, ਤੂੰ ਪ੍ਰੋਫੈਸਰ ਕਿਵੇਂ ਲੱਗ ਜਾਏਗਾ। ਨਹੀਂ, ਤੁਸੀਂ ਸਾਰਾ ਕੁਝ ਕਰ ਸਕਦੇ ਆ। ਜ਼ਿੰਦਗੀ 'ਚ ਔਖੇ ਔਖੇ ਮੋੜ ਆਉਣਗੇ, ਰਾਹਾਂ ਵਿੱਚ ਪੈਰਾਂ ਥੱਲੇ ਰੋੜ ਆਉਣਗੇ। ਧੁੱਪਾਂ ਕੋਲੋਂ ਡਰ ਕੇ ਨਾ ਬੈਠ ਜਾਇਓ ਮਿੱਤਰੋ, ਅੱਗੇ ਜਾ ਕੇ ਛਾਵਾਂ ਵਾਲੇ ਬੋੜ ਆਉਣਗੇ। ਜਦੋਂ ਤੁਸੀਂ ਉਹਨਾਂ ਰਾਹਾਂ ਨੂੰ ਪਾਰ ਕਰ ਜਾਂਦੇ ਆ, ਜਿਹੜੀਆਂ ਰੋੜਾਂ ਵਾਲੀਆਂ ਰਾਹਾਂ, ਤੇ ਗਾਹਾਂ ਬੋੜ ਵੀ ਤੁਹਾਡਾ ਇੰਤਜ਼ਾਰ ਕਰਦੇ ਆ, ਬੋੜ ਜਿਨ੍ਹਾਂ ਦੇ ਛਾਂ ਥੱਲੇ ਤੁਸੀਂ ਬੈਠਣਾ। ਇਸ ਕਰਕੇ ਮੁਸ਼ਕਲ ਰਾਹਾਂ ਦੇ ਵਿੱਚੋਂ ਲੰਘਣ ਲੱਗਿਆ ਕਦੇ ਵੀ ਨਹੀਂ ਘਬਰਾਉਣਾ। ਜ਼ਿੰਦਗੀ ਦੇ ਵਿੱਚ ਮੁਸੀਬਤਾਂ ਆਉਂਦੀਆਂ ਔਰ ਬੰਦਿਆਂ ਤੇ ਹੀ ਆਉਂਦੀਆਂ। ਮੈਂ ਹੁਣੇ ਅਮਿਤ ਜੀ ਨੇ ਮੈਨੂੰ ਕਿਹਾ ਕਿ ਉਹ ਜਿਹੜਾ ਹਸਨਪੁਰੀ ਵਾਲਾ ਸ਼ੇਅਰ ਹੈ, ਮੈਂ ਹਮੇਸ਼ਾ, ਕਿਉਂਕਿ ਜਦੋਂ ਤੁਸੀਂ ਯੂਥ ਫੈਸਟੀਵਲ 'ਚ ਪਾਰਟੀਸਪੇਟ ਕਰਦੇ ਆ, ਜਦੋਂ ਤੁਸੀਂ ਕਿਸੇ ਕੰਪੀਟੀਸ਼ਨ 'ਚ ਪਾਰਟੀਸਪੇਟ ਕਰਦੇ ਆ, ਤੁਸੀਂ ਸਪੋਰਟਸ ਪਾਰਟੀਸਪੇਟ ਕਰਦੇ ਆ, ਤੁਸੀਂ ਕਿਸੇ ਹੋਰ ਮੁਕਾਬਲੇ ਦੇ ਵਿੱਚ ਜਾਂਦੇ ਆ, ਤਾਂ ਆਮ ਤੌਰ ਤੇ ਅਸੀਂ ਦੇਖਦੇ ਆ ਕਿ ਵਿਦਿਆਰਥੀ ਹਾਰਨ ਤੋਂ ਬਾਅਦ ਉਦਾਸ ਹੋ ਜਾਂਦੇ ਆ। ਹਾਰਨਾ ਤਾਂ ਜ਼ਿੰਦਗੀ ਦਾ ਕੋਈ ਨੈਗੇਟਿਵ ਪੱਖ ਥੋੜਾ ਵੀ ਤੁਸੀਂ ਹਾਰ ਗਏ। ਹਾਰਨਾ ਦਾ ਮਤਲਬ ਹੈ ਕਿ ਤੁਸੀਂ ਇੱਕ ਸਟੈਪ ਤੁਸੀਂ ਪਾਰਟੀਸਪੇਟ ਕੀਤਾ। ਇਹਦਾ ਤਾਂ ਇੱਕ ਗਰੰਟੀ ਤਾਂ ਹਾਰਨ ਦਾ ਇੱਕ ਤਾਂ ਪ੍ਰਮਾਣ ਹੈ ਨਾ ਕਿ ਤੁਸੀਂ ਪਾਰਟੀਸਪੇਟ ਕੀਤਾ। ਜਿਨ੍ਹਾਂ ਨੇ ਹਾਰਨ ਤਾਂ ਉਹ ਜਾਂ ਉਦਾਸ ਉਹ ਹੋਣ ਜਿਨ੍ਹਾਂ ਨੇ ਪਾਰਟੀਸਪੇਟ ਹੀ ਨਹੀਂ ਕੀਤਾ। ਤੁਸੀਂ ਪਾਰਟੀਸਪੇਟ ਕੀਤਾ, ਇਸ ਵਾਰੀ ਨਹੀਂ ਜਿੱਤੇ, ਅਗਲੀ ਵਾਰੀ ਜਿੱਤ ਜਾਓਗੇ। ਮੈਂ ਹਸਨਪੁਰੀ ਸਾਹਿਬ ਦੀਆਂ ਉਹ ਲਾਈਨਾਂ ਬਹੁਤ ਵਧੀਆ ਟੁਕਦੀਆਂ ਕਿ ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ, ਅਥਰੂਆਂ ਨੇ ਤਕਦੀਰਾਂ ਕਦ ਪਲਟਾਈਆਂ ਨੇ, ਠੋਕਰ ਨੂੰ ਠੋਕਰ ਮਾਰੀ ਜਿਨ੍ਹਾਂ ਨੇ, ਉਹਨਾਂ ਨੂੰ ਹੀ ਰਾਸ ਠੋਕਰਾਂ ਆਈਆਂ ਨੇ, ਨੁਕਤਾ ਚੀਨੀ ਹੋਵੇ ਤਾਂ ਤੂੰ ਜਰਿਆ ਕਰ, ਤੈਨੂੰ ਲੈ ਕੇ ਬਹਿ ਜਾਣਾ ਵਡਿਆਈਆਂ ਨੇ। ਜ਼ਿੰਦਗੀ 'ਚ ਜਿਹੜੇ ਅਧਿਆਪਕ ਤੁਹਾਡੀ ਨੁਕਤਾ ਚੀਨੀ ਕਰਦੇ ਆ, ਉਹ ਤੁਹਾਨੂੰ ਸ਼ਾਹਸਵਾਰ ਬਣਾਉਂਦੇ ਆ, ਵਡਿਆਈਆਂ ਤੁਹਾਨੂੰ ਲੈ ਕੇ ਬਹਿ ਜਾਂਦੀਆਂ। ਜਦੋਂ ਤੁਹਾਨੂੰ ਕਿਸੇ ਨੇ ਕਹਿਤਾ, ਐਸ ਉਮਰ 'ਚ ਤੁਹਾਨੂੰ ਕਹਿਤਾ ਕਿ ਤੂੰ ਬਹੁਤ ਅੱਛਾ ਬੋਲਦਾ ਹੈ, ਤਾਂ ਤੁਸੀਂ ਇਹਦਾ ਮਤਲਬ ਤੁਸੀਂ ਅੱਗੇ ਡਿਵੈਲਪ ਕਰਨ ਤੋਂ ਰੁਕ ਜਾਓਗੇ ਕਿ ਮੈਂ ਤਾਂ ਹੁਣੇ ਹੀ ਬਹੁਤ ਅੱਛਾ ਬੋਲਦਾ। ਪਰ ਜਦੋਂ ਤੁਹਾਨੂੰ ਕੋਈ ਦੱਸਦਾ ਅਧਿਆਪਕ ਕਿ ਨਹੀਂ ਯਾਰ, ਤੇਰੇ ਬੋਲਣ ਦੇ ਵਿੱਚ ਆ ਨੁਕਸ ਹੈ, ਤੂੰ ਇਸ ਤਰ੍ਹਾਂ ਬੋਲੇਗਾ ਹੋਰ ਸੋਹਣਾ ਲੱਗੇਗਾ, ਉਹ ਜਿਹੜੀ ਨੁਕਤਾ ਚੀਨੀ ਆ ਉਹ ਤੁਹਾਡੇ ਕੰਮ ਆਉਣੀ ਹੈ ਜ਼ਿੰਦਗੀ ਦੇ ਵਿੱਚ। ਇਸ ਗੱਲ ਦਾ ਜ਼ਰੂਰ ਖਿਆਲ ਰੱਖਿਓ ਕਿ ਤੁਹਾਡੇ ਮਾਂ-ਬਾਪ ਹੋਣ, ਤੁਹਾਡੇ ਰਿਸ਼ਤੇਦਾਰ ਹੋਣ, ਤੁਹਾਡੇ ਮਿੱਤਰ ਦੋਸਤ ਹੋਣ, ਜਿਹੜੇ ਤੁਹਾਡੀ ਹੁਣ ਨੁਕਤਾ ਚੀਨੀ ਕਰਦੇ ਆ, ਉਹ ਤੁਹਾਨੂੰ ਦਵਾਈ ਦੇ ਰਹੇ ਆ, ਤੁਹਾਨੂੰ ਕੁਨੀਨ ਦੇ ਰਹੇ ਆ, ਕਿ ਤੁਹਾਨੂੰ ਤੁਹਾਡੇ ਲੋਦੇ ਲਾ ਰਹੇ ਆ। ਜਿਹੜਾ ਲੋਦਾ ਨਹੀਂ ਲੱਗਦਾ ਹੁੰਦਾ ਸੀ ਪੋਲੀਓ ਦਾ, ਉਹ ਪਹਿਲਾਂ ਹੀ ਲਾ ਰਹੇ ਆ ਕਿ ਇਹ ਤੁਹਾਨੂੰ ਕੋਈ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ। ਇਸ ਕਰਕੇ ਉਹਨਾਂ ਦੀ ਨੁਕਤਾ ਚੀਨੀ ਨੂੰ ਜ਼ਰੂਰ ਸੁਣੋ। ਇਹ ਤੁਹਾਡੀ ਪਰਸਨੈਲਿਟੀ ਦਾ ਬਹੁਤ ਵੱਡਾ ਪੱਖ ਹੋ ਜਾਏਗਾ ਜਦੋਂ ਤੁਸੀਂ ਆਪਣੀ ਬੁਰਾਈ ਸੁਣਨ ਲੱਗ ਜਾਓਗੇ। ਜਿਹੜਾ ਬੰਦਾ ਆਪਣੀ ਬੁਰਾਈ ਸੁਣ ਕੇ ਗੁੱਸਾ ਨਹੀਂ ਨਾ ਕਰਦਾ, ਉਹ ਜ਼ਿੰਦਗੀ 'ਚ ਕਾਮਯਾਬ ਹੁੰਦਾ ਹੀ ਹੁੰਦਾ। ਕਿਉਂਕਿ ਤੁਸੀਂ ਸਮਾਜ ਦੇ ਵਿੱਚ ਜਦੋਂ ਵਿਚਰਦੇ ਆ, ਤੁਹਾਨੂੰ ਬਹੁਤ ਚੀਜ਼ਾਂ ਅਟਰੈਕਟ ਕਰਦੀਆਂ। ਸਮਾਜ ਦੇ ਵਿੱਚ ਤੁਸੀਂ ਦੋ ਚੀਜ਼ਾਂ ਲੈ ਕੇ ਘੁੰਮਦੇ ਆ, ਇੱਕ ਦਿਲ ਨੂੰ ਲੈ ਕੇ ਘੁੰਮਦੇ ਆ, ਇੱਕ ਦਿਮਾਗ ਨੂੰ ਲੈ ਕੇ ਘੁੰਮਦੇ ਆ। ਜਦੋਂ ਤੁਹਾਡਾ ਦਿਮਾਗ ਕਿਤੇ ਸਟ੍ਰਾਈਕ ਕਰਦਾ ਤਾਂ ਤੁਸੀਂ ਕਈ ਵਾਰੀ ਸੋਚ ਲੈਂਦੇ ਆ ਕਿ ਦਿਮਾਗ ਤੁਹਾਡਾ ਕਹਿੰਦਾ ਵੀ ਇੱਥੇ ਆਪਾਂ ਆਹ ਹੇਰਾ ਫੇਰੀ ਕਰ ਲਈਏ, ਇਹ ਸ਼ਾਰਟਕਟ ਤਰੀਕੇ ਨਾਲ ਜਾਵੀਏ, ਦਿਮਾਗ ਕਹਿ ਦਿੰਦਾ। ਪਰ ਤੁਹਾਡਾ ਦਿਲ ਕਦੇ ਨਹੀਂ ਕਹਿੰਦਾ। ਕਦੇ ਕਿਸੇ ਬੰਦੇ ਦਾ ਦਿਲ ਬੇਈਮਾਨੀ ਕਰਨ ਨੂੰ ਕਹਿੰਦਾ ਹੀ ਨਹੀਂ। ਜੇ ਬੇਈਮਾਨੀ ਕਰਾਉਂਦਾ ਤਾਂ ਦਿਮਾਗ ਕਰਾਉਂਦਾ, ਕਿਉਂਕਿ ਦਿਮਾਗ ਕੈਲਕੂਲੇਟ ਕਰਦਾ ਕਿ ਆਪਾਂ ਐਂ ਤਰੱਕੀ ਕਰ ਸਕਦੇ ਹਾਂ, ਐਂ ਕਰ ਸਕਦੇ ਹਾਂ, ਐਂ ਕਰ ਸਕਦੇ ਹਾਂ।
ਪਰ ਦਿਮਾਗ ਦੇ ਪਿੱਛੇ ਲੱਗ ਕੇ ਬੰਦਾ ਕਈ ਵਾਰੀ ਦੁਨੀਆ ਦੇ ਵਿੱਚੋਂ ਕੱਟਿਆ ਜਾਂਦਾ ਹੈ ਤਰੱਕੀ ਕਰਨ ਦੀ ਬਜਾਏ। ਉਲਫਤ ਬਾਜਵਾ ਸਾਹਿਬ ਦਾ ਮੈਨੂੰ ਬਹੁਤ ਸ਼ੇਅਰ ਹਮੇਸ਼ਾ ਯਾਦ ਆਉਂਦਾ ਹੈ। ਉਹਨਾਂ ਨੇ ਲਿਖਿਆ, ਉਲਫਤ ਬਾਜਵਾ ਸਾਹਿਬ ਨੇ, ਕਿ ਚਾਲ ਸਮੇਂ ਦੀ ਕਹਿੰਦੀ ਆ ਕੋਈ ਆਪਾਂ ਵੀ ਵੱਲ ਛਲ ਕਰੀਏ, ਪਰ ਦਿਲ ਕਹਿੰਦਾ ਕਿ ਇਹ ਬੰਦੇ ਕੋਈ ਬੰਦਿਆਂ ਵਾਲੀ ਗੱਲ ਕਰੀਏ। ਜੇ ਸੱਚ ਕਹੀਏ ਤਾਂ ਫਾਸੀ ਹੈ, ਜੇ ਝੂਠ ਕਹੀਏ ਤਾਂ ਲਾਹਨਤ ਹੈ। ਜੇ ਕਹੀਏ ਕਿਸੇ ਨੂੰ ਕੀ ਕਹੀਏ, ਜੇ ਨਾ ਕਹੀਏ ਕੀ ਗੱਲ ਕਰੀਏ। ਆਤਸ਼ ਵਿੱਚ ਲੋਹਾ ਦਗਦਾ ਹੈ ਤੇ ਮਰਦ ਚਮਕਦਾ ਮੁਸ਼ਕਲ ਵਿੱਚ। ਇਹ ਗੱਲ ਯਾਦ ਰੱਖਿਓ ਕਿ ਜਿਵੇਂ ਲੋਹਾ ਅੱਗ ਦੇ ਵਿੱਚ ਜਾ ਕੇ ਬਣ ਜਾਂਦਾ ਨਾ, ਇੱਕ ਚੀਜ਼ ਬਣ ਜਾਂਦਾ, ਮਤਲਬ ਉਸੇ ਤਰ੍ਹਾਂ ਬੰਦਾ ਜਿਹੜਾ, ਉਹਦੀ ਜਿਹੜੀ ਪਰਸਨੈਲਿਟੀ ਆ ਉਹ ਮੁਸ਼ਕਲ ਦੇ ਵਿੱਚ ਚਮਕਦੀ ਆ, ਮੁਸ਼ਕਲ ਉਹਦੇ ਲਈ ਅੱਗ ਬਣ ਜਾਂਦੀ ਆ। ਆਤਸ਼ ਵਿੱਚ ਲੋਹਾ ਦਗਦਾ ਹੈ ਤੇ ਮਰਦ ਚਮਕਦਾ ਮੁਸ਼ਕਲ ਵਿੱਚ। ਮੁਸ਼ਕਲ ਵੀ ਮੁਸ਼ਕਲ ਨਹੀਂ ਰਹਿੰਦੀ ਜੇ ਬੰਦਿਆਂ ਵਾਂਗੂ ਹੱਲ ਕਰੀਏ। ਮਤਲਬ ਉਹ ਮੁਸ਼ਕਲ ਵੀ ਜਿਹੜੀ ਆ ਨਾ, ਉਹ ਮੁਸ਼ਕਲ ਨਹੀਂ ਰਹਿੰਦੀ ਜੇ ਉਹਨੂੰ ਬੰਦਿਆਂ ਵਾਂਗੂ ਅਸੀਂ ਹੱਲ ਕਰਦੇ ਹਾਂ। ਸੋ ਮੁਸ਼ਕਲ ਦੇ ਨਾਲ ਤੁਸੀਂ ਇਸ ਤਰੀਕੇ ਨਾਲ ਆਓ ਕਿ ਆਤਸ਼ ਵਿੱਚ ਲੋਹਾ ਦਗਦਾ ਹੈ, ਮਰਦ ਚਮਕਦਾ ਮੁਸ਼ਕਲ ਵਿੱਚ। ਮੁਸ਼ਕਲ ਵੀ ਮੁਸ਼ਕਲ ਨਹੀਂ ਰਹਿੰਦੀ ਜੇ ਬੰਦਿਆਂ ਵਾਂਗੂ ਹੱਲ ਕਰੀਏ। ਸੋ ਇਸ ਤਰ੍ਹਾਂ ਉਲਫਤ ਬਾਜਵਾ ਜੀ ਨੇ ਬਹੁਤ ਖੂਬਸੂਰਤ ਇਹ ਰਚਨਾਵਾਂ ਜਿਹੜੀਆਂ ਮੈਨੂੰ ਲੱਗਦਾ ਹੁੰਦਾ ਕਿ ਸਾਡੀ ਨੌਜਵਾਨ ਪੀੜ੍ਹੀ ਵਾਸਤੇ ਹੀ ਲਿਖੀਆਂ। ਜਦੋਂ ਤੁਸੀਂ ਹੁਣ ਦੇਖੋ, ਹੋ ਸਕਦਾ ਤੁਹਾਨੂੰ ਇਹ ਲੱਗਿਆ ਹੋਵੇ ਕਿ ਅਸੀਂ ਤਾਂ ਘਰੇ ਬੈਠੇ ਸੀ ਵਿਹਲੇ, ਸਾਨੂੰ ਨਾਲ ਜੋੜ ਲਿਆ। ਤੁਸੀਂ ਇਸ ਟਾਈਮ ਨੂੰ ਕਿੰਨਾ ਵਧੀਆ ਤਰੀਕੇ ਨਾਲ ਲੇਖੇ ਲਾਇਆ। ਕਦੇ ਕਦੇ ਤੁਹਾਡੇ ਮਾਈਂਡ ਜਾਂਦਾ ਨਾ ਕਿ ਸਾਡੇ ਨਾਲ ਦੇ ਖੇਡ ਰਹੇ ਆ, ਸਾਡੇ ਨਾਲ ਦੇ ਵਿਹਲੇ ਬੈਠੇ ਆ, ਸੌਂ ਰਹੇ ਆ, ਲੇਕਿਨ ਤੁਸੀਂ ਉਹ ਸ਼ਾਹ ਸਵਾਰ ਹੈ ਜ਼ਿੰਦਗੀ ਦੇ ਜਿਨ੍ਹਾਂ ਨੇ ਚੁਣਿਆ। ਔਰ ਮੈਂ ਦੇਖ ਰਿਹਾ ਸੀ ਕਿ ਕਿੰਨੇ ਮਤਲਬ ਐਕਸਪਰਟ ਨੂੰ ਸੁਣਦੇ ਕਿੰਨੇ ਵਧੀਆ ਤੁਸੀਂ ਅੱਗੇ ਉਹਨਾਂ ਨੂੰ ਰਿਸਪੌਂਸ ਦੇ ਰਹੇ ਆ। ਸੋ ਮੈਨੂੰ ਬਹੁਤ ਚੰਗੀ ਲੱਗੀ ਇਹ ਗੱਲ ਕਿ ਤੁਸੀਂ ਸਾਡੇ ਨਾਲ ਜੁੜੇ, ਸਾਡੇ ਨਾਲ ਜੁੜ ਕੇ ਤੁਸੀਂ ਮੈਨੂੰ ਲੱਗਦਾ ਕਿ ਅਸੀਂ ਵੀ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਾਂਗੇ। ਤੁਹਾਡੇ ਜਿਹੜੇ ਮੈਸੇਜ ਆਏ ਆ ਜਾਂ WhatsApp ਗਰੁੱਪ ਰਾਹੀਂ ਸਾਡੇ ਟੀਚਰਸ ਨੂੰ ਜਿਹੜੇ ਮੈਸੇਜ ਆਉਣੇ ਆ, ਉਹਨਾਂ ਦੇ ਰਾਹੀਂ ਅਸੀਂ ਬਹੁਤ ਕੁਝ ਸਿੱਖਣ ਦੀ ਕੋਸ਼ਿਸ਼ ਤੁਹਾਡੇ ਕੋਲੋਂ ਹਮੇਸ਼ਾ ਕਰਦੇ ਆ। ਲੇਕਿਨ ਤੁਸੀਂ ਜ਼ਿੰਦਗੀ ਦੇ ਵਿੱਚ ਢੇਰੀਆਂ ਨਹੀਂ ਢਾਉਣੀਆਂ। ਆ ਕੁਦਰਤ ਨੇ ਇੱਕ ਸਾਡੇ ਲਈ ਰਾਹ ਬੰਦ ਕੀਤਾ ਕਿ ਅਸੀਂ ਘਰਾਂ ਚੋਂ ਨਹੀਂ ਨਿਕਲ ਸਕਦੇ, ਪਰ ਕੁਦਰਤ ਨੇ 100 ਰਾਹ ਖੋਲ੍ਹੇ। ਕਈ ਉਹ ਬੰਦੇ ਜਿਨ੍ਹਾਂ ਨੇ ਇਸ ਟੈਕਨੋਲੋਜੀ ਦੇ ਨਾਲ ਕਦੇ ਵਾਸਤਾ ਹੀ ਨਹੀਂ ਪਾਇਆ ਸੀ, ਡਰਦੇ ਹੀ ਸੀ, ਕੰਪਿਊਟਰ ਚਲਾਉਣ ਤੋਂ ਹੀ ਡਰਦੇ ਸੀ, ਜ਼ੂਮ ਤੇ ਕਿਵੇਂ ਕਲਾਸ ਲਾਵਾਂਗੇ ਡਰੀ ਜਾਂਦੇ ਸੀ। ਲੇਕਿਨ ਜਦੋਂ ਹੌਸਲਾ ਦਿੱਤਾ, ਮੈਂ ਵੀ ਪਹਿਲਾਂ ਡਰਦਾ ਸੀ। ਮੈਂ ਪ੍ਰੋਫੈਸਰ ਅਮਿਤ ਨਾਲ ਗੱਲ ਕੀਤੀ, ਮੈਡਮ ਮੋਨੀਤਾ ਨਾਲ ਗੱਲ ਕੀਤੀ ਵੀ ਐ ਹੋ ਸਕਦਾ, ਇਹ ਕਹਿੰਦੇ ਹੋ ਸਕਦਾ ਜੀ, ਹੋ ਕਿਉਂ ਨਹੀਂ ਸਕਦਾ। ਇਹਨਾਂ ਨੇ ਹੌਸਲਾ ਦਿੱਤਾ ਮਾੜਾ ਜਿਹਾ ਤੇ ਮੈਂ 1 ਮਿੰਟ ਦੇ ਵਿੱਚ ਤਿਆਰ ਹੋ ਗਿਆ। ਤੇ ਮੈਂ ਬਹੁਤਾ ਇਸ ਟੈਕਨੋਲੋਜੀ ਬਾਰੇ ਬਹੁਤਾ ਨਹੀਂ ਸੀਗਾ ਜਾਣੂ ਪਛਾਣੂ ਵੀ ਕਿਵੇਂ ਚਲਾਉਣੀ ਆ, ਪਰ ਮੈਂ ਵੀ ਪਿਛਲੇ 7 ਦਿਨਾਂ ਦੇ ਵਿੱਚ ਨਾਲ ਜੁੜਿਆ। ਵਾਈਸ ਚਾਂਸਲਰ ਸਾਹਿਬ ਨੇ ਹੌਸਲਾ ਦਿੱਤਾ ਕਿ ਤੁਸੀਂ ਇਸ ਕੰਮ ਨੂੰ ਕਰੋ ਤੇ ਤੁਸੀਂ ਨਾਲ ਜੁੜ ਗਏ। ਆਪਾਂ ਕਿੰਨੇ ਵਧੀਆ ਤਰੀਕੇ ਨਾਲ ਅਸੀਂ ਉੱਥੇ ਜਦੋਂ ਕੈਂਪ ਲਾਉਣੇ ਆ ਪ੍ਰੈਕਟੀਕਲੀ 100 ਜਾਂ 110 ਬੱਚਿਆਂ ਦਾ ਲਾਉਣੇ ਆ, ਤੁਹਾਨੂੰ ਦੱਸਿਆ ਸਾਡੇ ਟੀਚਰ ਨੇ। ਲੇਕਿਨ ਆਪਾਂ ਇੱਥੇ ਕਿੰਨਾ ਲਗਭਗ 400 450 ਜਾਂ 360 ਜਿੰਨੇ ਤੁਸੀਂ ਬੱਚੇ ਜੁੜੇ ਆ, ਅਸੀਂ ਸਾਰਿਆਂ ਨੇ ਰਲ ਕੇ ਇਹ ਕੈਂਪ ਲਾ ਲਿਆ। ਕਿੰਨੀਆਂ ਤੁਸੀਂ ਗੱਲਾਂ ਸਿੱਖੀਆਂ। ਸੋ ਜਦੋਂ ਅਸੀਂ ਕੋਈ ਕੰਮ ਕਰਨ ਲੱਗਾਂਗੇ, ਹਿੰਮਤ ਦੇ ਨਾਲ ਅੱਗੇ ਆਵਾਂਗੇ ਤਾਂ ਅਸੀਂ ਲਾਜ਼ਮੀ ਉਹਦੇ ਵਿੱਚ ਜਿਹੜਾ ਹੈਗਾ ਉਹ ਕਾਮਯਾਬ ਹੋਵਾਂਗੇ। ਔਰ ਜ਼ਿੰਦਗੀ ਦੇ ਵਿੱਚ ਮੈਂ ਇੱਕ ਗੱਲ ਤੁਹਾਨੂੰ ਹੋਰ ਕਹਿਣੀ ਆ ਕਿ ਇਹ ਉਮਰ ਹੈ ਜਿਹੜੀ ਤੁਹਾਡੀ, ਇਹ ਸੁਪਨੇ ਲੈਣ ਦੀ ਉਮਰ ਹੈ। ਸੁਪਨੇ ਵੀ ਤੁਸੀਂ ਸੌਂ ਕੇ ਨਹੀਂ ਲੈਣੇ, ਜਾਗਦਿਆਂ ਨਹੀਂ ਲੈਣੇ। ਜਿਹੜਾ ਬੰਦਾ ਜਾਗ ਕੇ ਸੁਪਨਾ ਲੈਂਦਾ ਤੇ ਫਿਰ ਸੁਪਨੇ ਨੂੰ ਪੂਰਾ ਕਰਨ ਲਈ ਉਹਨੂੰ ਨੀਂਦ ਨਹੀਂ ਆਉਂਦੀ। ਸੁਪਨਾ ਉਹ ਹੁੰਦਾ ਜਿਹੜਾ ਤੁਹਾਨੂੰ ਨੀਂਦ ਨਾ ਆਉਂਦੇ। ਸੋ ਇਹ ਗੱਲ ਜ਼ਿੰਦਗੀ ਦੇ ਵਿੱਚ ਰੱਖਿਓ ਕਿ ਸੁਪਨੇ ਦੇ ਵਿੱਚ ਜਿਹੜਾ ਸੁੱਤੇ ਪਿਆ ਸੁਪਨਾ ਲੈਣਾ ਹੋਰ ਹੁੰਦਾ, ਜਾਗਦਾ ਸੁਪਨਾ ਲੈਣਾ ਹੋਰ ਹੁੰਦਾ। ਔਰ ਜਦੋਂ ਬੰਦਾ ਜਾਗਦਾ ਹੋਇਆ ਸੁਪਨੇ ਲੈਂਦਾ, ਉਹ ਸੁਪਨਾ ਪੂਰਾ ਹੁੰਦਾ। ਤੁਸੀਂ ਯਾਰ ਸੋਚ ਕੇ ਤਾਂ ਦੇਖੋ ਕਿ ਮੈਂ ਪ੍ਰੋਫੈਸਰ ਬਣਨਾ ਕਾਲਜ, ਮੈਂ ਪ੍ਰਿੰਸੀਪਲ ਬਣਨਾ, ਮੈਂ ਵਾਈਸ ਚਾਂਸਲਰ ਬਣਨਾ, ਮੈਂ ਮੁੱਖ ਮੰਤਰੀ ਬਣਨਾ, ਮੈਂ ਪ੍ਰਧਾਨ ਮੰਤਰੀ ਬਣਨਾ। ਤੁਸੀਂ ਜਦੋਂ ਸੁਪਨਾ ਲਓਗੇ ਡਿਟਰਮੀਨੇਸ਼ਨ ਦੇ ਨਾਲ, ਜਿਹੜੇ ਬੰਦੇ ਕੋਲ ਦ੍ਰਿੜਤਾ ਹੈਗੀ ਆ, ਇਕਾਗਰਤਾ ਹੈਗੀ ਆ, ਉਹ ਬੰਦਾ ਉਸ ਦੇ ਵਿੱਚ ਕਾਮਯਾਬ ਹੁੰਦਾ। ਉਸਤਾਦ ਦਾਮਨ ਨੇ ਲਿਖਿਆ ਕਿ ਬੰਦਾ ਚਾਹੇ ਤਾਂ ਕੀ ਨਹੀਂ ਕਰ ਸਕਦਾ, ਮੰਨਿਆ ਵਕਤ ਵੀ ਤੰਗ ਤੋਂ ਤੰਗ ਆਵੇ, ਰਾਂਝਾ ਤਖਤ ਹਜ਼ਾਰਿਓਂ ਤੁਰੇ ਤਾਂ ਸਹੀ, ਪੈਰਾਂ ਹੇਠ ਸਿਆਲਾਂ ਦਾ ਝੰਗ ਆਵੇ। ਤੁਹਾਨੂੰ ਆਪਣੀ ਮੰਜ਼ਿਲ ਦੇ ਵੱਲ ਵਧਣ ਦੇ ਲਈ ਘਰੋਂ ਤਾਂ ਬਾਹਰ ਨਿਕਲਣਾ ਹੀ ਪੈਣਾ। ਘਰੋਂ ਬਾਹਰ ਨਿਕਲਣ ਦਾ ਮਤਲਬ ਕੀ ਆ ਕਿ ਤੁਹਾਨੂੰ ਕੋਈ ਨਾ ਕੋਈ ਸਟੈਪ, ਹੁਣ ਤੁਸੀਂ ਬੈਠੇ ਤਾਂ ਘਰਾਂ 'ਚ ਹੈ, ਤੁਸੀਂ ਫਿਜ਼ੀਕਲੀ ਘਰਾਂ 'ਚ ਬੈਠੇ ਆ, ਪਰ ਅਸਲੀਅਤ ਦੇ ਵਿੱਚ ਤੁਸੀਂ ਘਰੋਂ ਬਾਹਰ ਨਿਕਲੇ, ਤੁਸੀਂ ਉਸ ਦਾਇਰੇ ਦੇ ਵਿੱਚੋਂ ਬਾਹਰ ਨਿਕਲੇ ਆ, ਉਸ ਪਰਿਕਰਮਾ ਜਿਹੜੀ ਅਸੀਂ ਬਣਾ ਲਈ ਸੀ ਉਹਦੇ 'ਚੋਂ ਬਾਹਰ ਨਿਕਲੇ, ਉਹ ਸੋਚ 'ਚੋਂ ਬਾਹਰ ਨਿਕਲੇ ਕਿ ਅਸੀਂ ਕੁਝ ਕਰਨਾ ਹੈ। ਕੁਝ ਕਰਨ ਵਾਲੇ ਚੱਕਰ ਦੇ ਵਿੱਚ ਤੁਸੀਂ ਬਾਹਰ ਨਿਕਲਦੇ ਆ ਤਾਂ ਫਿਰ ਮੰਜ਼ਿਲ ਹੈ ਜਿਹੜੀ ਉਹ ਤੁਹਾਡੇ ਵੱਲ ਨੂੰ ਵੱਧਦੀ ਆ, ਤੁਹਾਡੇ ਪੈਰਾਂ ਵੱਲ ਨੂੰ ਵੱਧਦੀ। ਔਰ ਮੈਂ ਤਾਂ ਇਹ ਦੁਆ ਕਰਦਾ ਹਮੇਸ਼ਾ ਕਿ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ। ਇੱਕ ਗੱਲ ਦਾ ਹੋਰ ਖਿਆਲ ਰੱਖੋ, ਤੁਹਾਡੀ ਜਿਹੜੀ ਉਮਰ ਹੈ ਕਿ ਤੁਹਾਡੀ ਸੁਸਾਇਟੀ ਬਹੁਤ ਵਧੀਆ ਹੋਣੀ ਚਾਹੀਦੀ। ਬੰਦੇ ਦੀ ਜਿਹੜੀ ਸੰਗਤ ਹੈ ਉਹ ਉਹਦੇ ਤੇ ਰੰਗਤ ਲੈ ਕੇ ਆਉਂਦੀ ਆ। ਅਸੀਂ ਹਰ ਰੋਜ਼ ਅਰਦਾਸ ਕਰਦੇ ਆ ਨਾ, ਤੁਸੀਂ ਅਰਦਾਸ ਦੇ ਵਿੱਚ 2 ਲਾਈਨਾਂ ਸੁਣਦੇ ਹੋਵੋਗੇ ਕਿ ਸੇਈ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਮ ਚਿੱਤ ਆਉਣੇ ਸਰਬ ਸੁੱਖ ਹੋਵੇ। ਇਹਦਾ ਮਤਲਬ ਕੀ ਆ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਦੋਸਤ ਮਿਲਣ, ਇਹੋ ਜਿਹਾ ਦਾਇਰਾ ਮਿਲੇ ਜਿਨ੍ਹਾਂ ਦੇ ਮਿਲਦਿਆਂ ਸਾਡੇ ਮਨ ਦੇ ਬੂਹੇ ਬਾਰੀਆਂ ਖੁੱਲ੍ਹ ਜਾਣ
ਤੇ ਅਸੀਂ ਲੋਕ ਭਲਾਈ ਦੇ ਲਈ, ਸਰਬੱਤ ਦੇ ਭਲੇ ਲਈ ਯਤਨਸ਼ੀਲ ਹੋ ਜਾਈਏ। ਸੋ ਇਸ ਕਰਕੇ ਇਹ ਜਿਹੜਾ ਦੌਰ ਦੇ ਵਿੱਚੋਂ ਤੁਸੀਂ ਲੰਘ ਰਹੇ ਆ, ਕਦੇ ਵੀ ਜੇ ਰਾਤ ਨੂੰ ਤੁਸੀਂ ਕਿਤੇ ਬੈਠੇ ਆ, ਹਨੇਰਾ ਹੋਇਆ ਵਾ, ਤਾਂ ਹਨੇਰੇ ਬਾਰੇ ਸੋਚੋ ਨਾ, ਰਾਤ ਬਾਰੇ ਨਾ ਸੋਚੋ। ਸੋਚੋ ਇਹ ਕਿ ਸਵੇਰ ਹੋਣੀ ਆ, ਦਿਨ ਚੜ੍ਹਨਾ ਤੇ ਸੂਰਜ ਚੜੂਗਾ, ਰੌਸ਼ਨੀ ਹੋਊਗੀ। ਇਹ ਗੱਲ ਜ਼ਰੂਰ ਸੋਚੋ। ਜੇ ਤੁਸੀਂ ਪਤਝੜ ਦੇ ਵਿੱਚ ਕਿਤੇ ਬੈਠੇ ਆ, ਦਰਖਤ ਨੂੰ ਦੇਖ ਰਹੇ ਆ, ਉਹਨੂੰ ਕੋਈ ਪੱਤੇ ਨਹੀਂ ਲੱਗੇ, ਉਹਨੂੰ ਕੋਈ ਫੁੱਲ ਨਹੀਂ ਲੱਗਿਆ, ਉਹਨੂੰ ਕੋਈ ਫਲ ਨਹੀਂ ਲੱਗਿਆ, ਤਾਂ ਇਹ ਕਦੇ ਨਾ ਸੋਚ ਕੇ ਉਦਾਸ ਹੋਵੋ ਕਿ ਪਤਝੜ ਆਈ ਹੈ। ਇਹ ਸੋਚੋ ਕਿ ਇਹਦੇ ਉੱਤੇ ਬਹਾਰ ਆਉਣੀ ਆ, ਇਹਦੇ ਤੇ ਫੁੱਲ ਆਊਗਾ, ਇਹਦੇ ਤੇ ਫਲ ਲੱਗਣਗੇ, ਉਹ ਕਿਹੋ ਜਿਹੇ ਲੱਗਣਗੇ, ਪੱਤੇ ਕਿਹੋ ਜਿਹੇ ਲੱਗਣਗੇ। ਠੀਕ ਹੈ ਨਾ। ਪਾਤਰ ਸਾਹਿਬ ਦਾ ਸ਼ੇਅਰ ਤੁਹਾਨੂੰ ਯਾਦ ਹੋਏਗਾ ਕਿ ਉਹਨਾਂ ਨੇ ਕਿਹਾ ਕਿ ਕੀ ਹੋਇਆ ਜੇ ਪਤਝੜ ਆਈ, ਤੂੰ ਅਗਲੀ ਰੁੱਤ 'ਚ ਯਕੀਨ ਰੱਖੀ, ਮੈਂ ਲੱਭ ਕੇ ਕਿਤੋਂ ਲਿਆਉਣਾ ਕਲਮਾ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਆਪਣੇ ਮਨਾਂ ਦੇ ਵਿੱਚ, ਆਪਣੀ ਰੂਹ ਦੇ ਵਿੱਚ, ਆਪਣੀ ਸੋਚ ਦੇ ਵਿੱਚ ਜ਼ਮੀਨ ਜ਼ਰੂਰ ਤਿਆਰ ਰੱਖੋ। ਠੀਕ ਹੈ, ਕਿਆਰੀਆਂ ਤਿਆਰ ਕਰੋ, ਸਮਾਂ ਠੀਕ ਆਏਗਾ, ਅਸੀਂ ਫਿਰ ਉਹਨਾਂ 'ਚ ਫੁੱਲ ਬੀਜਾਂਗੇ, ਫੁੱਲ ਉੱਗਣਗੇ, ਖਿੜਨਗੇ, ਅਸੀਂ ਮਹਿਕ ਲਵਾਂਗੇ। ਮੈਂ ਵਾਹਿਗੁਰੂ ਅੱਗੇ, ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਤੁਹਾਡੇ ਮੱਥੇ ਤੇ ਚੰਨ ਉਕਰੇ, ਤੁਹਾਡੇ ਮੱਥੇ ਤੇ ਤਾਰੇ ਡਲਕਣ, ਤੁਹਾਡੇ ਮੱਥੇ ਤੇ ਸੂਰਜ ਚੜੇ। ਪਰ ਇੱਕ ਗੱਲ ਤੁਸੀਂ ਯਾਦ ਰੱਖਿਓ ਕਿ ਸੂਰਜ, ਚੰਨ, ਤਾਰੇ ਇਹ ਛੋਟੇ ਮੱਥੇ ਤੇ ਨਹੀਂ ਚੜ੍ਹਦੇ, ਇਹ ਉਸ ਮੱਥੇ ਤੇ ਚੜ੍ਹਦੇ ਆ ਜਿਹੜਾ ਮੱਥਾ ਅਸਮਾਨ ਜਿੱਡਾ ਹੁੰਦਾ। ਤੇ ਅਸਮਾਨ ਜਿੱਡਾ ਮੱਥਾ ਬਣਾਉਣ ਦੇ ਲਈ ਬੰਦੇ ਨੂੰ ਮਿਹਨਤ ਕਰਨੀ ਪੈਂਦੀ ਆ, ਦੁਨੀਆ ਦਾ ਕੋਈ ਜੁਗਾੜ ਕੰਮ ਨਹੀਂ ਆਉਂਦਾ। ਸੋ ਤੁਸੀਂ ਮਿਹਨਤ ਕਰੋ, ਤੁਹਾਡੇ ਮੱਥੇ ਅਸਮਾਨ ਜਿੱਡੇ ਬਣਨ, ਤੇ ਫਿਰ ਉਹਨਾਂ ਦੇ ਉੱਪਰ ਆਪਣੇ ਆਪ ਸੂਰਜ ਵੀ ਚੜੂਗਾ, ਆਪਣੇ ਆਪ ਚੰਨ ਵੀ ਚੜੂਗਾ, ਆਪਣੇ ਆਪ ਤਾਰੇ ਵੀ ਡਲਕਣਗੇ। ਮੈਂ ਇਸ ਤਰ੍ਹਾਂ ਦਾ ਭਵਿੱਖ ਤੁਹਾਡਾ ਚਾਹੁੰਦਾ। ਮੈਂ ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਇਸ ਵਰਕਸ਼ਾਪ ਨੂੰ ਜੁਆਇਨ ਕੀਤਾ, ਸਾਨੂੰ ਤੁਸੀਂ ਵਕਤ ਦਿੱਤਾ। ਤੁਹਾਡੇ ਅਧਿਆਪਕਾਂ ਦਾ ਵੀ, ਤੁਹਾਡੇ ਪ੍ਰਿੰਸੀਪਲ ਦਾ ਵੀ, ਔਰ ਤੁਹਾਡੇ ਮਾਂ-ਬਾਪ ਦਾ ਵੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਚੜ੍ਹਦੀ ਕਲਾ ਦੇ ਵਿੱਚ ਰਹੋ, ਘਰਾਂ ਦੇ ਵਿੱਚ ਰਹੋ। ਜਿਸ ਤਰੀਕੇ ਨਾਲ ਅਸੀਂ ਇਸ ਕਰੋਨਾ ਵਾਇਰਸ ਦਾ ਮੁਕਾਬਲਾ ਕਰ ਰਹੇ ਹਾਂ, ਇਹ ਘਰਾਂ ਦੇ ਵਿੱਚ ਰਹਿ ਕੇ ਅਸੀਂ ਲੜਾਈ ਹੈ ਜਿਹੜੀ ਇਹ ਕਰੋਨਾ ਵਾਇਰਸ ਦੇ ਨਾਲ ਲੜ ਸਕਦੇ ਹਾਂ। ਇਹ ਹਥਿਆਰਾਂ ਦੀ, ਤੋਪਾਂ ਦੀ, ਬੰਦੂਕਾਂ ਦੀ ਲੜਾਈ ਨਹੀਂ, ਇਹ ਹੁਣ ਸਿਰਫ ਸਬਰਾਂ ਦੀ ਲੜਾਈ ਆ। ਉਹ ਸਬਰ ਲੈ ਕੇ ਘਰਾਂ ਦੇ ਵਿੱਚ ਬੈਠੋ, ਘਰਾਂ ਦੇ ਵਿੱਚ ਵਿਹਲੇ ਨਾ ਬੈਠੋ, ਆਪਣੇ ਆਪ ਨੂੰ ਤਿਆਰ ਕਰੋ। ਇਹ ਤੁਹਾਨੂੰ ਕੁਦਰਤ ਨੇ ਮੌਕਾ ਦਿੱਤਾ ਆਪਣੇ ਆਪ ਨੂੰ ਤਿਆਰ ਕਰਨ ਦਾ, ਆਪਣੇ ਮਾਂ-ਬਾਪ ਨਾਲ ਗੱਲਾਂ ਕਰਨ ਦਾ, ਆਪਣੇ ਭੈਣ ਭਰਾਵਾਂ ਨਾਲ ਗੱਲਾਂ ਕਰਨ ਦਾ, ਆਪਣੇ ਆਪ ਨਾਲ ਗੱਲਾਂ ਕਰਨ ਦਾ, ਆਪਣੇ ਘਰ ਨਾਲ ਗੱਲਾਂ ਕਰਨ ਦਾ। ਘਰ ਦੀਆਂ ਦੀਵਾਰਾਂ ਨਾਲ ਵੀ ਗੱਲ ਕਰਕੇ ਦੇਖਿਓ, ਕਦੇ ਟੇਬਲ ਨਾਲ, ਕਦੇ ਕੁਰਸੀਆਂ ਨਾਲ, ਕਿ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਜਿਹੜਾ ਰਾਬਤਾ ਤੁਹਾਡਾ ਹੁੰਦਾ ਹੈ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ।